ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਜੂਨ 1984 ਜਦੋਂ ਸ਼੍ਰੀ ਦਰਬਾਰ ਸਾਹਿਬ ਤੇ ਫੌਜਾਂ ਚੜਾਈਆਂ ਗਈਆਂ ਸਨ, ਬੇਕਸੂਰੇ ਸਿੰਘ ਸਿੰਘਣੀਆਂ, ਛੋਟੇ ਛੋਟੇ ਮਾਸੂਮ ਬੱਚੇ ਇਸ ਹਿੰਦ ਸਰਕਾਰ ਨੇ ਸ਼ਹੀਦ ਕੀਤੇ ਸਨ। ਅੱਜ ਦੇ ਦਿਨ ਸਾਰੀ ਦੀ ਸਾਰੀ ਸਿੱਖ ਕੌਮ ਇਹਨਾਂ ਸਿੰਘ ਸ਼ਹੀਦਾਂ ਦੇ ਨਾਮ ਤੇ ਇਕੱਤਰ ਹੁੰਦੀ ਹੈ, ਇਹਨਾਂ ਨੂੰ ਨਤਮਸਤਕ ਹੁੰਦੀ ਹੈ, ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਪਰ ਸਰਕਾਰਾਂ ਨੇ ਇਸ ਵਾਰ ਕਰੋਨਾ ਵਾਇਰਸ ਦਾ ਬਹਾਨਾ ਕਰਕੇ ਲੱਖ ਕੋਸ਼ਿਸ਼ ਕੀਤੀ ਹੋਵੇ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਿੰਘ ਸ਼ਹੀਦਾਂ ਨੂੰ ਸ਼ਰਧਾਂਜਲੀ ਨਾ ਦਿੱਤੀ ਜਾ ਸਕੇ। ਸਿੰਘਾਂ ਨੂੰ ਬਾਹਰ ਹੀ ਰੋਕੇ ਜਾਣ ਦੀ ਕੋਸ਼ਿਸ਼ ਵੀ ਕੀਤੀ, ਪਰ ਸਿੰਘਾਂ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਦਿੱਲੀ ਤੱਕ ਹਰ ਥਾਂ ਤੇ ਸਿੰਘ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਆਓ ਮਾਰਦੇ ਹਾਂ ਇੱਕ ਨਜ਼ਰ ਕਿ ਆਖਿਰ ਦਿੱਲੀ ਸ਼੍ਰੀ ਰਕਾਬਗੰਜ ਸਾਹਿਬ ਗੁਰੂ ਘਰ ਵਿੱਚ ਕਿੱਦਾਂ ਦਿੱਤੀ ਗਈ ਸਿੰਘਾਂ ਨੂੰ ਸ਼ਰਧਾਂਜਲੀ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਦਾਸ ਹਰਮੀਤ ਸਿੰਘ ਖਾਨਪੁਰੀ ਵੱਲੋਂ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਜੀ ਦੇ ਸਾਹਮਣੇ ਹੈ ਜੂਨ ਦਾ ਮਹੀਨਾ ਆਇਆ। ਸਾਲ ਦੇ ਅੰਦਰ ਜਦੋਂ ਜੂਨ ਦਾ ਮਹੀਨਾ ਆਉਂਦਾ ਆ, ਜਿੱਥੇ ਜਿੱਥੇ ਕੋਈ ਗੁਰੂ ਨਾਨਕ ਨਾਮ ਲੈਵਾ, ਜਿੱਥੇ ਜਿੱਥੇ ਕੋਈ ਸਿੱਖ ਵਸਦਾ, ਉਹਦੇ ਦਿਮਾਗ ਦੇ ਅੰਦਰ ਇੱਕ ਪੁਰਾਣੀ ਰੀਪਲੇ ਚੱਲਣਾ ਸ਼ੁਰੂ ਹੋ ਜਾਂਦਾ, ਜੋ 36 ਵਰ੍ਹੇ ਪਹਿਲਾਂ ਇਸ ਧਰਤੀ ਤੇ ਵਾਪਰਿਆ, ਜਿੱਥੇ ਸਿੱਖਾਂ ਦੇ ਜਿਹੜੇ ਦਿਲ 'ਚ ਵਸਦਾ ਹਰਮੰਦਰ ਆ, ਉਹਦੇ ਉੱਤੇ ਇੱਕ ਅਟੈਕ ਹੋਇਆ। ਉਹ ਘੱਲੂਘਾਰਾ, ਜਿਹਨੂੰ ਭੁੱਲਣਾ ਸੌਖਾ ਹੀ ਨਹੀਂ, ਨਾਮੁਮਕਿਨ ਆ। 1 ਜੂਨ ਤੋਂ ਲੈ ਕੇ 6 ਜੂਨ ਦੇ ਅੰਦਰ ਜੋ ਕੁਝ ਹੋਇਆ, ਇੱਕ ਇੱਕ ਚੀਜ਼ ਦੱਸਣਾ ਤਾਂ ਬਹੁਤ ਸਮਾਂ ਲੱਗ ਜਾਊਗਾ, ਮਗਰ ਆਪਾਂ ਇਹਨੂੰ ਤਫਦੀਲ ਹੀ ਲਈਏ ਤੇ ਆਹ ਜਿਹੜਾ ਕੰਮ ਹੋਇਆ, ਇਹ ਇੱਕ ਪਹਿਲੀ ਵਾਰ ਹੋਣੀ ਹੈ ਕਿ ਜਿੱਥੇ ਇੱਕ ਦੇਸ਼ ਦੇ ਅੰਦਰ ਆਪਣੇ ਹੀ ਘਰ ਦੇ ਅੰਦਰ ਆਪਣੇ ਹੀ ਬੰਦਿਆਂ ਨੇ ਆਪਣਾ ਹੀ ਘਰ ਢਾਹਤਾ। ਕੁਝ ਮਰਜੀਵਣਿਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਹਦੇ 'ਚ ਜਿਹੜਾ ਤੇ ਲੜਦਾ ਰਿਹਾ ਉਹ ਸ਼ਹੀਦ ਹੋ ਗਿਆ, ਤੇ ਜਿਹੜਾ ਬਚ ਗਿਆ ਉਹ ਆਗੂ ਬਣ ਕੇ, ਨੇਤਾ ਬਣ ਕੇ ਵਿਚਰਦਾ ਰਿਹਾ। ਮੈਂ ਗੱਲ ਕਰ ਰਿਹਾ ਆਪਰੇਸ਼ਨ ਬਲੂ ਸਟਾਰ, ਸਾਕਾ ਨੀਲਾ ਤਾਰਾ। ਇਹ ਘੱਲੂਘਾਰਾ ਸੀ। ਇਹਦੇ ਅੰਦਰ 1 ਜੂਨ ਤੋਂ ਲੈ ਕੇ 6 ਦਿਨ ਦੇ ਅੰਦਰ ਹਿੰਦੁਸਤਾਨ ਦੇ ਆਰਮੀ ਨੇ ਉੱਤੇ ਅਟੈਕ ਕੀਤਾ ਔਰ ਉਹਨੂੰ ਢਹਿ ਢੇਰੀ ਕਰਤਾ। ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਇਹਨਾਂ ਦੇ ਤੇ ਇਹਨਾਂ ਦੇ ਨਾਲ ਦੇ ਕੁਛ ਮੁੱਠੀ ਪਰ ਸਾਥੀ ਇਸ ਬੇਦਬੀ ਨੂੰ ਰੋਕਣ ਲਈ ਆਪਣੀਆਂ ਜਾਨਾਂ ਵਾਰ ਕੇ। ਕੱਲ੍ਹ ਸ਼ਹਾਦਤ ਦਾ ਦਿਨ ਆ ਜਰਨੈਲ ਸਿੰਘ ਜੀ ਦਾ। ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਤੇ ਸ਼ਹੀਦੀ ਪੁਰਬ ਤੇ ਆਈ ਜਿਹੜੀ ਸੰਗਤ, ਉਹ ਇਸ ਲਪੇਟੇ 'ਚ ਆ ਗਈ। ਔਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹੋ ਜਿਹਾ ਕੰਮ ਵਾਪਰਨਾ ਸ਼ੁਰੂ ਹੋ ਗਿਆ, ਤੇ ਪਿੰਡਾਂ ਤੋਂ ਸਾਰੇ ਦੇ ਸਾਰੇ ਆਉਣਾ ਸ਼ੁਰੂ ਕਿ ਅਸੀਂ ਵੀ ਸ਼ਹੀਦੀਆਂ ਪਾਉਣੀਆਂ ਆ, ਮਗਰ ਕਰਫਿਊ ਲਾ ਦਿੱਤਾ ਗਿਆ ਸੀ। ਇੱਕ ਅਜੀਬ ਜਿਹਾ ਕਰਫਿਊ ਸੀ, ਜਿਹਦੇ ਅੰਦਰ ਤੁਸੀਂ ਅੰਦਰ ਤਾਂ ਜਾ ਸਕਦੇ ਹੋ, ਮਗਰ ਅੰਦਰੋਂ ਬਾਹਰ ਨਹੀਂ ਆ ਸਕਦੇ। ਹਰਿਮੰਦਰ ਸਾਹਿਬ ਦੇ 36 ਵਰ੍ਹਾ ਪਹਿਲਾਂ ਇਸੀ 84 'ਚ ਫਿਰ ਮਹੀਨਾ ਆਉਂਦਾ ਅਕਤੂਬਰ ਦਾ, ਉਸਦੇ ਅੰਦਰ ਫਿਰ ਕਤਲੇਆਮ ਹੋਇਆ। ਕਹਿਣ ਦਾ ਭਾਵ ਆ 1984 ਸਾਲ ਜੂਨ ਤੇ ਅਕਤੂਬਰ, ਇਹ ਕੋਈ ਵੀ ਸਿੱਖ ਜਿਹੜਾ ਆ ਭੁੱਲ ਨਹੀਂ ਸਕਦਾ। ਜਿਹਦੇ ਬੜੇ ਲੀਡਰ ਵੀ ਸੀਗੇ ਇਨਵੋਲਵ ਸੀਗੇ, ਸਰਦਾਰ ਸੰਤ ਲੌਂਗੋਵਾਲ ਜੀ, ਰਾਮੋਵਾਲੀਆ, ਸਰਦਾਰ ਗੁਰਚਰਨ ਸਿੰਘ ਤੋੜਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ। ਇਹ ਜਿਹੜੀ ਜੰਗ ਦੀ ਨੀਂਹ ਰੱਖੀ ਗਈ, ਇਹ ਕੰਮ ਸ਼ੁਰੂ ਹੋਇਆ 1978 ਤੋਂ, ਜਦੋਂ ਉੱਥੇ ਨਿਰੰਕਾਰੀ ਦਾ ਜਿਹੜਾ ਇੱਕ ਕਾਊਂਟਰ ਹੋਇਆ ਸਿੱਖਾਂ ਨਾਲ, ਤੇ ਜਿੱਥੇ 13 ਸਿੱਖ ਸ਼ਹੀਦ ਹੋਏ। ਉਸ ਤੋਂ ਬਾਅਦ ਇਹੋ ਜਿਹੀ ਘਟਨਾ ਵਾਪਰਨੀਆਂ ਸ਼ੁਰੂ ਹੋ ਗਈਆਂ, ਤੇ ਜਿਹਦਾ ਜਾ ਕੇ ਖਾਤਮਾ ਹੋਇਆ ਹਰਿਮੰਦਰ ਸਾਹਿਬ ਤੇ, ਜਦੋਂ ਸਿੱਖ ਦੀ ਪੱਗ ਤੇ ਸਿੱਖ ਦੀ ਅਣਖ ਜਿਹੜੀ ਸੀਗੀ, ਉਹਨੂੰ ਝੁਕਾਉਣ ਲਈ ਸਾਡਾ ਸਾਰਿਆਂ ਤੋਂ ਵੱਡਾ ਸਥਾਨ ਜਿਹੜਾ ਹਰਿਮੰਦਰ ਸਾਹਿਬ ਸੀਗਾ, ਉਹਨੂੰ ਢਹਿ ਢੇਰੀ ਕਰਨਾ ਸੀਗਾ।
ਮਗਰ ਮਹਾਰਾਜ ਨੇ ਬਲ ਬਖਸ਼ਿਆ ਹੈਗਾ, ਕੁਛ ਟਾਈਮ ਤੋਂ ਬਾਅਦ ਉਹੀ ਅਕਾਲ ਤਖਤ ਜਿਹੜਾ ਢਹਿ ਢੇਰੀ ਹੋਇਆ ਸੀਗਾ, ਉਹ ਦੁਬਾਰਾ ਉਸ ਤੋਂ ਜ਼ਿਆਦਾ ਸ਼ਾਨ ਸ਼ੌਕਤ ਨਾਲ ਦੁਬਾਰਾ ਖੜਾ ਹੋ ਗਿਆ। ਮੈਂ ਅੱਜ ਆਪ ਜੀ ਦੇ ਸਾਹਮਣੇ ਕਿਉਂ ਆਇਆ? ਮੈਂ ਇਸ ਕਰਕੇ ਆਇਆ ਕਿਉਂਕਿ ਆਹ ਚੀਜ਼ ਜਿਹੜੀ ਹੈਗੀ ਹੈ ਮੇਰੇ ਦਿਲ ਨੂੰ ਬੜਾ ਧੱਕਾ ਦਿੰਦੀ ਹੈ, ਖੂਨ ਦੇ ਆਂਸੂ ਰਵਾਉਂਦੀ ਹੈ ਕਿ ਅਸੀਂ ਸਿਰਫ ਸਾਲ ਦੇ 1 ਮਹੀਨੇ ਦੇ ਅੰਦਰ ਹੀ ਆਪਾਂ ਕੰਮ ਦੇਖਣਾ ਆ। ਸਾਨੂੰ ਜਿਹੜਾ ਸਾਡਾ ਇਤਿਹਾਸ ਆ ਸਿਰਫ ਸਾਲ ਦੇ 1 ਮਹੀਨੇ 'ਚ ਹੀ ਚੇਤਾ ਆਉਂਦਾ ਆ। ਜਦੋਂ ਜੂਨ ਆਏ ਤਾਂ ਸਾਨੂੰ ਚੇਤਾ ਆਉਂਦਾ ਆ, ਜਦੋਂ ਅਕਤੂਬਰ ਆਏ ਤਾਂ ਸਾਨੂੰ ਚੇਤਾ ਆਉਂਦਾ ਆ। ਹੋਰ ਅਸੀਂ ਬਾਕੀ ਸਾਰਾ ਸਾਲ ਜਿਹੜਾ ਹੈ ਇਹਨੂੰ ਭੁੱਲ ਜਾਈਏ। ਮੇਰੀ ਮੁਰਾਦ ਆ ਜਿਹੜੀ ਨਵੀਂ ਪਨੀਰੀ ਸਾਡੀ ਆ ਗਈ, ਇਹ ਇਸ ਚੀਜ਼ ਤੋਂ ਬਿਲਕੁਲ ਹੀ ਅਣਜਾਣ ਆ। ਹੋਰ ਸਾਡੇ ਇੱਥੇ ਕੁਛ ਇਹੋ ਜਿਹੇ ਵੀ ਹੈਗੇ ਆ ਜਿਹੜੇ ਕਹਿੰਦੇ ਆ ਕਿ ਸਾਨੂੰ ਪੁੱਛਣਾ ਭੁੱਲ ਜਾਣਾ ਚਾਹੀਦਾ, ਉਹਨੂੰ ਯਾਦ ਕਰਕੇ ਕੀ ਰੱਖਣਾ। ਮੈਂ ਬੇਨਤੀ ਕਰਦਾ ਸਾਧ ਸੰਗਤ ਜੀ, ਮੈਂ ਇਹਦੇ ਕਰਕੇ ਨਹੀਂ ਯਾਦ ਰੱਖਣ ਨੂੰ ਕਹਿੰਦਾ ਕਿ ਤੁਸੀਂ ਜਾ ਕੇ ਹੱਥ 'ਤੇ ਪਿਸਤੌਲਾਂ ਫੜ ਕੇ ਤੂੰ ਦੁਬਾਰਾ ਤੋਂ ਆਹ ਕੰਮ ਸ਼ੁਰੂ ਕਰ ਦਿਓ। ਮੈਂ ਇਸ ਕਰਕੇ ਯਾਦ ਰੱਖਣ ਨੂੰ ਕਹਿੰਦਾ ਕਿਉਂਕਿ ਇਹ ਜੋ ਕੁਛ ਸਾਡੀ ਜਿਹੜੀ ਨਵੀਂ ਪਨੀਰੀ ਆਈ ਹੈ, ਜਿਨ੍ਹਾਂ ਨੂੰ ਪੱਗ ਬਿਨਾਂ ਕਿਸੇ ਕੁਰਬਾਨੀ ਦੇ ਮਿਲ ਗਈ, ਜਿਨ੍ਹਾਂ ਨੂੰ ਸਿੱਖੀ ਬਿਨਾਂ ਕਿਸੇ ਮਿਹਨਤ ਦੇ ਮਿਲ ਗਈ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਅੱਜ ਜਿਹੜੀ ਤੁਸੀਂ ਸਿੱਖੀ ਮਾਣ ਰਹੇ ਹੋ, ਜਿਹੜੀ ਸਾਰੀ ਦੁਨੀਆ 'ਚ ਤੁਸੀਂ ਇੱਜ਼ਤਾਂ ਮਾਣਦੇ ਹੋ, ਸਾਰੀ ਦੁਨੀਆ ਦੇ ਅੰਦਰ ਤੁਹਾਨੂੰ ਖੜ ਕੇ ਜਿਹੜੀਆਂ ਸਲਾਮੀਆਂ ਮਿਲਦੀਆਂ ਉਹ ਇਸ ਕਰਕੇ ਆ ਕਿਉਂਕਿ ਇਹ ਕੌਮ ਬੜੇ ਬੜੇ ਵੱਡੇ ਇਤਿਹਾਸਿਕ ਚੀਜ਼ਾਂ 'ਚੋਂ ਨਿਕਲੀ ਆ, ਜਿਨ੍ਹਾਂ 'ਚੋਂ ਆ ਵੀ ਇੱਕ ਚੀਜ਼ ਹੈ। ਸਾਨੂੰ ਆਪਣੇ ਨਿਆਣਿਆਂ ਨੂੰ ਦੱਸਣਾ ਚਾਹੀਦਾ, ਸਾਨੂੰ ਕੋਈ ਸਬਕ ਲੈਣੇ ਚਾਹੀਦੇ ਆ। ਜਿਹੜੀ ਸਾਡੇ ਨਾਲ ਦੀ ਇੱਕ ਕੌਮ ਹੈ, ਜਿਹੜੀ ਘੱਟ ਗਿਣਤੀ ਸਾਡੇ ਤੋਂ ਵੀ ਘੱਟ ਆ, ਜਿਨ੍ਹਾਂ ਨੂੰ ਅਸੀਂ ਜੂ ਕਹਿੰਦੇ ਆ, ਯਹੂਦੀ ਜਿਹੜੇ ਆ, ਉਹਨਾਂ ਨੇ 3 ਚੀਜ਼ਾਂ ਤੇ ਪੂਰਾ ਚੇਤਾ ਰੱਖਿਆ ਹੈ ਔਰ ਧਿਆਨ ਦਿੱਤਾ ਪੂਰਾ। ਪਹਿਲਾਂ ਉਹ ਆਪਣੇ ਕਦੀ ਇਤਿਹਾਸ ਨੂੰ ਭੁੱਲਣ ਨਹੀਂ ਦਿੰਦੇ, ਆਪਣੇ ਨਿਆਣਿਆਂ ਦੇ ਅੰਦਰ ਘੋਟ-ਘੋਟ ਕੇ ਪਾਉਂਦੇ ਆ ਕੀ ਕੁਝ ਤੁਹਾਡੇ ਨਾਲ ਹੋਇਆ, ਕੀ ਕੁਝ ਤੁਹਾਡੇ ਧੱਕਾ ਹੋਇਆ, ਕੀ ਨਾ ਕੁਝ ਹੋਇਆ, ਕੀ ਹੋਇਆ। ਦੂਜਾ, ਆਪਣੇ ਬੱਚਿਆਂ ਨੂੰ ਉੱਤੇ ਤੋਂ ਉੱਤੇ ਦੀ ਪੜ੍ਹਾਈ ਦਿੰਦੇ ਆ। ਸਾਨੂੰ ਚਾਹੀਦਾ ਸਾਡੇ IAS ਬਣਨ, IPS ਬਣਨ, ਇਸ ਦੇਸ਼ ਦੇ ਅੰਦਰ ਬੈਠ ਕੇ ਉਹ ਤੇ ਫੈਸਲੇ ਵਾਲੀ ਪੋਜੀਸ਼ਨਾਂ 'ਤੇ ਆਉਣ। ਕੋਈ ਕੰਮ ਇਹੋ ਜਿਹੇ ਹੋਣੇ ਚਾਹੀਦੇ ਆ, ਪੜ੍ਹੇ ਲਿਖੇ ਹੋਣ। ਤੀਜਾ, ਆਪਣੇ ਬਾਣੀ ਅਤੇ ਬਾਣੇ ਨੂੰ ਕਦੀ ਵਿਸਰਨ ਨਹੀਂ ਦਿੰਦੇ। ਅਸੀਂ ਸਾਰੇ ਕੰਮ ਪੁੱਠੇ ਕਰਤੇ, ਬਾਣੀ ਬਾਣਾ ਸਾਡੇ 'ਚ ਰਿਹਾ ਨਹੀਂ। ਇਤਿਹਾਸ ਅਸੀਂ ਕਹਿੰਦੇ ਹਾਂ ਜੀ ਕੋਈ ਗੱਲ ਨਹੀਂ, ਮਾਡਰਨ ਬੰਦੇ ਆ। ਔਰ ਪੜ੍ਹਾਈ ਦਾ ਤਾਂ ਇੱਦਾਂ ਆ ਕਿ ਜਦੋਂ ਪੈਸਾ ਹੈ ਤਾਂ ਪੜ੍ਹਨ ਦੀ ਲੋੜ ਕੀ ਆ। ਇਹ ਮਗਰ ਚੀਜ਼ਾਂ ਸਾਨੂੰ ਕਿੱਥੇ ਲੈ ਕੇ ਜਾ ਰਹੀਆਂ। ਅੱਜ ਅਸੀਂ ਆਪ ਦੇਖੀਏ ਕਿ ਸਿਰਫ ਸਾਲ ਦੇ 2 ਮਹੀਨੇ ਦੇ ਅੰਦਰ ਇੱਕ ਸਿੱਖ ਦਾ ਖੂਨ ਖੋਲ੍ਹਣਾ ਸ਼ੁਰੂ ਹੋ ਜਾਂਦਾ, ਬਾਕੀ ਟਾਈਮ ਅਸੀਂ ਠੰਡੇ ਬੈਠੇ ਰਹਿੰਦੇ। ਮਹਾਰਾਜ ਨੇ ਵੀ ਜਦੋਂ ਬਾਜ ਰੱਖਿਆ ਤੇ ਉਹਦੇ ਇਹਨਾਂ 5 ਗੁਣਾਂ ਤੇ ਕਰਕੇ ਰੱਖਿਆ ਕਿ ਬਾਜ ਹਮੇਸ਼ਾ ਉੱਚੀ ਥਾਂ ਤੇ ਬਹਿੰਦਾ, ਬਾਜ ਹਮੇਸ਼ਾ ਆਪਣਾ ਖੂਨ ਗਰਮ ਰੱਖਦਾ, ਬਾਜ ਕਦੀ ਪਿੰਜਰੇ 'ਚ ਨਹੀਂ ਬੈਠ ਸਕਦਾ, ਬਾਜ ਕਦੀ ਆਰਾਮ ਦੇ ਨਹੀਂ ਖਾ ਸਕਦਾ, ਔਰ ਬਾਜ ਹਮੇਸ਼ਾ ਜਿਹੜੀ ਹਵਾ ਦੇ ਵਿਪਰੀਤ ਤੁਰਦਾ। ਇਹ ਗੁਣ ਜਿਹੜੇ ਖਾਲਸਿਆਂ 'ਚ ਉਹਨਾਂ ਨੇ ਪਾਏ ਸੀਗੇ ਮਹਾਰਾਜ ਨੇ। ਮਗਰ ਅੱਜ ਖਾਲਸਾ ਜਿਹੜਾ ਹੈ ਆ ਕਿ ਸਿਰਫ ਜਦੋਂ ਪੁਆਇੰਟ ਹੁੰਦਾ ਤੇ ਤਾਂ ਉਹ ਜਾਗਰੂਕ ਹੋ ਜਾਂਦਾ, ਉਸ ਤੋਂ ਬਾਅਦ ਫਿਰ ਸੋ ਜਾਂਦਾ। ਇਹ ਜਿਹੜੀ ਲੜਾਈ ਸਾਡੀ ਕਿਸੇ ਚੀਜ਼ ਦੇ ਨਾਲ ਨਹੀਂ, ਇਹ ਲੜਾਈ ਸਾਡੀ ਅਸੀਂ ਆਪਣੇ ਆਪ ਨਾਲ ਆ। ਅਸੀਂ ਆਪਣੇ ਅੰਦਰ ਦਾ ਜਿਹੜਾ ਸ਼ੈਤਾਨ ਹੈ ਉਹਨੂੰ ਮਾਰਨ ਦੀ ਕੋਸ਼ਿਸ਼ ਕਰਨੀ ਹੈ ਤੇ ਇਹ ਚੀਜ਼ਾਂ ਨੂੰ ਅਸੀਂ ਭੁੱਲਣਾ ਨਹੀਂ ਹੈ, ਇਹ ਚੇਤਾ ਕਰਾਉਣਾ ਬਾਰ-ਬਾਰ। ਅੱਜ ਪੂਰੇ 36 ਵਰ੍ਹੇ ਹੋ ਗਏ ਇਸ ਚੀਜ਼ ਨੂੰ। ਆਪਾਂ ਇਹਨਾਂ 36 ਵਰ੍ਹੇ 'ਚ ਕੀ ਖੱਟਿਆ? ਪੰਜਾਬ ਸਾਡਾ ਘਟਦਾ ਕਿੱਥੇ ਤਾਂ ਪਹੁੰਚ ਗਿਆ। ਲੜਾਈ ਸ਼ੁਰੂ ਪੰਜਾਬ ਤੋਂ ਹੋਈ ਸੀ। ਕੀ ਮੰਗਾਂ ਸੀਗੀਆਂ ਸਾਡੀਆਂ? ਸਿਰਫ ਪੰਜਾਬੀ ਸੂਬਾ ਸਾਨੂੰ ਦਿੱਤਾ ਜਾਏਗਾ। ਚਲੋ ਇਹ ਸਰਕਾਰਾਂ ਦੇ ਨਾਲ ਤੇ ਇਹਦੇ ਨਾਲ ਸਾਡੀ ਲੱਗੀ ਰਹਿਣੀ ਆ। ਅੱਜ ਮੇਰੇ ਆਉਣ ਦਾ ਕੀ ਮਕਸਦ ਆ? ਮੈਂ ਬਸ ਇੰਨੀ ਕਿ ਇੱਕ ਅਰਜ਼ ਕਰਨਾ ਚਾਹੁੰਦਾ ਸਾਧ ਸੰਗਤ ਨੂੰ ਕਿ ਅਗਰ ਅਸੀਂ ਆਪਣਾ ਧਰਮ, ਆਪਣੀ ਕੌਮ, ਇਹਨਾਂ ਨੂੰ ਬਚਾ ਕੇ ਰੱਖਣਾ ਤੇ ਸਾਨੂੰ ਜਿਹੜਾ ਇਹ ਇਤਿਹਾਸ ਆ ਆਪਣੇ ਬੱਚਿਆਂ ਤੋਂ ਲੁਕਾ ਕੇ ਨਹੀਂ ਰੱਖਣਾ, ਉਹਨਾਂ ਨੂੰ ਦੱਸਣਾ। ਉਹਦੇ ਅੰਦਰ ਸਿਰਫ 84 ਨਹੀਂ, ਉਹਦੇ ਅੰਦਰ ਬਾਕੀ ਪਹਿਲੇ ਦੇ 2 ਘੱਲੂਘਾਰੇ ਉਹ ਵੀ ਆ। ਸਾਡੇ ਗੁਰੂਆਂ ਦੇ ਇਤਿਹਾਸ ਹੈਗੇ ਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਿਹਾਸ ਹੈਗਾ ਆ, ਉਹ ਯੋਧਿਆਂ ਦਾ ਇਤਿਹਾਸ ਹੈਗਾ ਆ, ਬਾਬਾ ਦੀਪ ਸਿੰਘ ਹਰਾਂ ਦਾ ਇਤਿਹਾਸ ਹੈਗਾ। ਅਸੀਂ ਇਹਨਾਂ ਤੋਂ ਅਣਗੌਲਾ ਰੱਖ ਕੇ ਅਸੀਂ ਗੰਦੇ ਗਾਣਿਆਂ ਤੇ ਇਹਨਾਂ ਤੇ ਲੜ ਲੱਗੀ ਜਾ ਰਹੇ। ਗੁਰਸਿੱਖੀ ਤੋਂ ਦੂਰ, ਬਾਣੀ ਬਾਣੇ ਤੋਂ ਦੂਰ, ਇਤਿਹਾਸ ਤੋਂ ਦੂਰ ਹੋ ਕੇ ਅਸੀਂ ਸਾਰਿਆਂ ਤੋਂ ਵੱਡਾ ਢਾਹ ਲਾ ਰਹੇ ਹਾਂ ਆਪਣੇ ਧਰਮ ਨੂੰ। ਆਪ ਜੀ ਦੇ ਮੂਹਰੇ ਆਉਣ ਦਾ ਮੇਰਾ ਸਿਰਫ ਇਹੀ ਹੈ ਕਿ ਜਿੱਥੇ ਕੱਲ੍ਹ ਜਿਹੜੇ ਸ਼ਹਾਦਤ ਦਾ ਦਿਨ ਸੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦਾ, ਅਤੇ ਜਿਹੜੀ 1 ਤੋਂ ਲੈ ਕੇ 6 ਤਰੀਕ ਤੱਕ ਦੀ ਜਿਹੜੇ ਉੱਥੇ ਸ਼ਹੀਦ ਹੋਏ, ਇਹਨਾਂ ਸਾਰਿਆਂ ਦਾ
ਯਾਦ ਕਰਕੇ ਪਾਠ ਕਰਨਾ, ਬਾਣੀ ਪੜ੍ਹਨਾ। ਮਹਾਰਾਜ ਇਹਨਾਂ ਸਾਰਿਆਂ ਨੂੰ ਆਪਣੀ ਚਰਨਾਂ 'ਚ ਥਾਂ ਬਖਸ਼ਣ। ਚੰਗਾ ਹੈ। ਇਹਨਾਂ ਦੇ ਨਾਲ ਨਾਲ ਸਾਨੂੰ ਆ ਵੀ ਕਰਨਾ ਆ ਕਿ ਗਾਂ ਅਸੀਂ ਆਪਣੇ ਨਿਆਣਿਆਂ ਨੂੰ ਇਹਨਾਂ ਬਾਰੇ ਦੱਸੀਏ, ਉਹਨਾਂ ਨੂੰ ਪਤਾ ਲੱਗੇ ਕਿ ਜਿਹੜੀ ਚੀਜ਼ ਤੁਹਾਨੂੰ ਮੁਫਤ 'ਚ ਮਿਲੀ ਹੈ ਉਹਦੇ ਪਿੱਛੇ ਬਹੁਤ ਜ਼ਿਆਦਾ ਘਾਲਣਾ ਘਾਲੀ ਗਈ ਹੈ। ਜਦੋਂ ਸਿਰ ਦੇ ਕੇ ਸਿੱਖੀ ਲਈ ਸੀਗੀ ਤੇ ਇਹ ਉਸ ਚੀਜ਼ ਸ਼ਾਮਿਲ ਹੈ। ਅੱਜ ਦਾ ਜਿਹੜਾ ਨਿਆਣਾ ਆ ਉਹ ਇਹਨਾਂ ਸਾਰਿਆਂ ਤੋਂ ਦੂਰ ਹੋ ਕੇ ਕਿਹੜੇ ਕਿਹੜੇ ਚੀਜ਼ਾਂ ਪਿੱਛੇ ਬਾਣੇ ਤੋਂ ਵਿਸਰ ਕੇ ਪਤਤ ਕਰਕੇ ਕੇਸ ਕਤਲ ਕਰਾ ਕੇ ਕੋਈ ਅਜੀਬ ਜਿਹੇ ਦਾੜੇ ਰੱਖ ਕੇ ਇਹਦਾ ਜੋਕਰ 'ਚ ਬਣ ਕੇ ਫਿਰਨ ਲੱਗੇ। ਪੜ੍ਹਾਈ ਲਿਖਾਈ ਤੋਂ ਦੂਰ ਹੋ ਕੇ ਗਾਣੇ ਗੁਣਿਆਂ ਦੀ ਦੁਨੀਆ 'ਚ ਵੜ ਗਏ। ਇਤਿਹਾਸ ਜਿਹੜਾ ਪ੍ਰਚਾਰਕਾਂ ਦਾ ਉਹ ਸੁਣ ਕੇ ਜਿਹੜਾ ਤੇ ਉਹਨਾਂ ਨੂੰ ਠੀਕ ਲੱਗਦਾ ਉਹ ਰੱਖਣ ਲੱਗੇ, ਮਗਰ ਕਿਸੇ ਨੂੰ ਕਿਸੇ ਚੀਜ਼ ਦਾ ਕੋਈ ਪਤਾ ਨਹੀਂ। ਮੈਂ ਬੇਨਤੀ ਕਰਨਾ ਸਾਧ ਸੰਗਤ ਨੂੰ, ਅਗਰ ਮੈਨੂੰ ਕੋਈ ਸੁਣਦਾ ਹੋਏ, ਮੈਂ ਹੱਥ ਜੋੜ ਕੇ ਬੇਨਤੀ ਕਰਨਾ ਸਾਧ ਸੰਗਤ ਜੀ, ਇਹ ਚੀਜ਼ਾਂ ਅਸੀਂ ਆਪਣੇ ਬੱਚਿਆਂ ਨੂੰ ਦੱਸੀਏ, ਨਵੀਂ ਪਨੀਰੀ ਨੂੰ ਦੱਸੀਏ ਕਿ ਅਸੀਂ ਕਿਉਂ ਜੇ ਝਗੜਾ 'ਚੋਂ ਕੱਢ ਕੇ ਗੱਡੀ ਇਹਨਾਂ ਦੇ ਹਵਾਲੇ ਕੀਤੀ ਆ। ਇਹਨਾਂ ਸ਼ਹੀਦਾਂ ਨੂੰ ਅਸੀਂ ਭੁੱਲੀਏ ਨਾ, ਇਹਨਾਂ ਦਾ ਸਤਿਕਾਰ ਕਰੀਏ, ਗੁਰਦੁਆਰੇ ਜਾਈਏ, ਇਹਨਾਂ ਵਾਸਤੇ ਅਰਦਾਸ ਕਰੀਏ। ਕਿਉਂਕਿ ਗੱਲਾਂ ਕਰਨੀਆਂ ਬਹੁਤ ਸੌਂਗੀਆਂ, ਮਗਰ ਆਪਣੇ ਜਦੋਂ ਪਿੰਡੇ 'ਤੇ ਹਟਾਉਣਾ ਪੈਂਦਾ ਤਾਂ ਪਤਾ ਲੱਗਦਾ ਅਸੀਂ ਕਿੱਥੇ ਵਸਦੇ ਹਾਂ। ਵੈਰ ਵਿਰੋਧ ਸਾਡਾ ਕਿਸੇ ਨਾਲ ਨਹੀਂ। ਵੈਰ ਵਿਰੋਧ ਜਿਹੜਾ ਹੈ ਵੀ ਉਹ ਤਾਂ ਸਿਰਫ ਵਿਚਾਰਧਾਰਾ ਦਾ। ਮੇਨ ਗੱਲ ਬਸ ਇੰਨੀ ਆ ਕਿ ਆਪਾਂ ਨੂੰ ਜਾਗਰੂਕ ਹੋਣਾ ਚਾਹੀਦਾ। ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਿੱਥੇ ਵਸਦੇ ਹਾਂ, ਸਾਡੇ ਨਾਲ ਕੀ ਕੁਝ ਵਾਪਰਿਆ ਆ, ਸਾਨੂੰ ਗਾਹਾਂ ਕੀ ਕਰਨਾ ਆ। ਇਹਨਾਂ ਚੀਜ਼ਾਂ ਨੂੰ ਅਸੀਂ ਅਣਗੌਲਾ ਕਰ ਦਾਂਗੇ। ਅਗਰ ਅਸੀਂ ਇਹਨਾਂ ਤੋਂ ਦੂਰ ਹੋ ਜਾਵਾਂਗੇ, ਕੋਈ ਵੱਡਾ ਗੱਲ ਨਹੀਂ ਕਿ ਕੱਲ੍ਹ ਨੂੰ ਦੁਬਾਰਾ ਇਹੋ ਜਿਹੀ 84 ਇੱਕ ਵਾਰੀ ਹੋਰ ਹੋਊਗੀ ਅਤੇ ਇਸ ਵਾਰ ਦੀ 84 ਜਿਹੜੀ ਹੈ ਇਸ ਤੋਂ ਜ਼ਿਆਦਾ ਭਿਆਨਕ ਹੋ ਸਕਦੀ। ਮੈਂ ਬੇਨਤੀ ਕਰਦਾ, ਆਪ ਆਪਣੇ ਨਿਆਣਿਆਂ ਨੂੰ ਇਸ ਬਾਰੇ ਜ਼ਰੂਰ ਦੱਸੋਗੇ ਔਰ ਇਸ ਚੀਜ਼ ਨੂੰ ਅੱਗੇ ਤੱਕ ਲੈ ਕੇ ਜਾਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਵਿੱਚ ਉਹਨਾਂ ਮਹਾਨ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਨ ਵਾਲੀ ਔਰ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਜਿਹੜੀ ਸੀਗੀ, ਗੁਰਦੁਆਰਾ ਰਕਾਬਗੰਜ ਸਾਹਿਬ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਦੀ ਅਗਵਾਈ ਸਰਦਾਰ ਸਿਮਰਨਜੀਤ ਸਿੰਘ ਮਾਨ ਕਰਦੇ ਹੈ। ਦਾਸ ਕੋਲੇ ਦਿੱਲੀ ਦੀ ਸੇਵਾ ਹੈ, ਮੁੱਖ ਸੇਵਾਦਾਰ ਮੈਂ ਹੈਗਾ। ਇਸ ਕਰਕੇ ਉਹਨਾਂ ਨੇ ਮੇਰੀ ਡਿਊਟੀ ਲਾਈ ਸੀ ਕਿ ਵੀ ਅਸੀਂ ਤਾਂ ਦਰਬਾਰ ਸਾਹਿਬ ਕਰਾਂਗੇ ਅਤੇ ਤੁਸੀਂ ਦਿੱਲੀ ਜਿਹੜੀ ਹੈ ਉਹ ਆਪਣੀ ਡਿਊਟੀ ਨਿਭਾਓ। ਅਤੇ ਉਹਨਾਂ ਦੇ ਆਦੇਸ਼ ਮੁਤਾਬਕ ਮੈਂ ਅੱਜ ਇੱਥੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਅਤੇ ਅਸੀਂ ਅੱਜ ਇੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਅਰਦਾਸ ਕੀਤੀ ਹੈ। ਇਸ ਅਰਦਾਸ ਦੇ ਵਿੱਚ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵਾਲੀ ਦੇ ਵੀ ਅਸੀਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡਾ ਇਹਦਾ 'ਚ ਸਾਥ ਦਿੱਤਾ। ਬੇਸ਼ੱਕ ਉਹਨਾਂ ਨੇ ਸਾਥੋਂ ਲਿਖਾ ਕੇ ਲਿਆ ਸੀਗਾ ਕਿ ਜੇ ਸੰਗਤ ਤਾਂ ਬਹੁਤ ਵੀ ਆ ਸਕਦੀ ਸੀ, ਕਿਉਂਕਿ ਗੁਰੂ ਘਰ ਹੈ ਇੱਥੇ ਤਾਂ ਬਹੁਤ ਆ ਸਕਦੇ ਆ, ਪਰ ਇਹਨਾਂ ਨੇ ਸਾਥੋਂ ਲਿਖਾ ਕੇ ਲਿਆ ਕਿ 5-6 ਬੰਦੇ ਹੀ ਆਓਗੇ ਤਾਂ ਅੰਦਰ ਅਸੀਂ ਅਰਦਾਸ ਕਰਨ ਦੇਵਾਂਗੇ। ਅਤੇ ਉਹ ਅਸੀਂ 4-5 ਬੰਦੇ ਹੀ ਆਏ ਸੀਗੇ, ਅਰਦਾਸ ਅੰਦਰ ਕਰੀ ਹੈ। ਅਤੇ ਉਸ ਅਰਦਾਸ ਨੂੰ ਸਫਲ ਕਰਨ ਵਾਸਤੇ ਇੱਥੇ ਚੈਨਲ ਸਿੱਖ ਚੈਨਲ ਵੀ ਆਇਆ। ਤੁਹਾਡਾ ਕਿਹੜਾ ਹੈ? ਵਾਇਸ ਆਫ ਖਾਲਸਾ ਵੀ ਆਏ ਹੋਏ ਨੇ ਅਤੇ ਉਹਨਾਂ ਨੇ ਵੀ ਇਸ ਨੂੰ ਕਵਰੇਜ ਬਹੁਤ ਅੱਛੇ ਢੰਗ ਨਾਲ ਕੀਤਾ। ਅਤੇ ਅਸੀਂ ਅੱਜ ਜਿਹੜਾ 1984 ਹੋਇਆ, ਭਾਵੇਂ ਉਹ ਦਿੱਲੀ ਹੋਇਆ ਜਾਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਉਹ ਅੱਜ ਵੀ ਐਜ ਇਟ ਉੱਦਾਂ ਦਾ ਉੱਦਾਂ ਹੀ ਹੈ ਕਿ ਜਿਹੜੇ ਸਿੰਘ ਅੱਜ ਉੱਥੇ ਗਏ ਦਰਬਾਰ ਸਾਹਿਬ 'ਤੇ ਸ਼ਹੀਦੀ ਦਿਹਾੜਾ ਮਨਾਉਣ, ਉਹਨਾਂ 'ਤੇ ਵੀ ਸਰਕਾਰ ਦੀ ਤਰਫੋਂ ਪੁਲਿਸ ਔਰ ਉੱਥੇ ਪੁਲਿਸ ਤੋਂ ਬਜਾਏ ਜਿਹੜੇ ਇਹਨਾਂ ਨੇ ਉਹ ਟਾਸਕ ਫੋਰਸ ਵਗੈਰਾ ਰੱਖੀ ਹੋਈ ਹੈ, ਉਹ ਸਿੰਘਾਂ ਨੂੰ ਉੱਥੇ ਅਰਦਾਸ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਉਹਨਾਂ ਨੂੰ ਉਹੀ ਕੀਤਾ ਅਤੇ ਸਾਨੂੰ ਜਿਸ ਤਰ੍ਹਾਂ ਪਹਿਲਾਂ ਵੀ ਇਹ 84 ਦੇ ਵਿੱਚ ਵੀ ਇਹੀ ਹੋਇਆ, ਹੁਣ ਵੀ ਉਹੀ ਹੋਇਆ। 2 ਨੰਬਰ ਦਾ ਸ਼ਹਿਰੀ ਸਾਨੂੰ ਸਮਝਿਆ ਜਾ ਰਿਹਾ। ਉਹਨਾਂ ਦੇ ਜਿਹੜੇ ਸੱਦੇ ਹੋਏ ਲੋਕ ਹੈ, ਭਾਰਤੀ ਜਨਤਾ ਪਾਰਟੀ ਦੇ ਨਾਲ, RSS ਦੇ ਨਾਲ, ਕੁਛ ਕਾਂਗਰਸ ਦੇ ਨਾਲ, ਇਹ ਲੋਕ ਜਿਹੜੇ ਮਿਲੇ ਹੋਏ ਨੇ ਔਰ ਇਹ ਸਿੱਖੀ ਭੇਸ ਦੇ ਵਿੱਚ ਲੋਕ ਇਹਨਾਂ ਨੂੰ ਇਹੀ ਸਮਝ ਜਾਂਦੇ ਆ ਕਿ ਵੀ ਇਹ ਪਤਾ ਨਹੀਂ ਸਿੱਖ ਹੈ, ਕਿਉਂਕਿ ਇਹਨਾਂ ਨੇ ਭੇਸ ਹੀ ਇਹੋ ਜਿਹਾ ਬਦਲਿਆ ਹੁੰਦਾ, ਬਣਾਇਆ ਹੋਇਆ ਇਹਨਾਂ ਨੇ। ਅਤੇ ਇਸ ਕਰਕੇ ਮੈਂ ਸਾਧ ਸੰਗਤ ਜੀ ਸਭ ਨੂੰ ਇਹ ਅਰਦਾਸ ਵੀ ਕਰਦਾ ਹਾਂ ਔਰ ਬੇਨਤੀ ਵੀ ਕਰਦਾ ਕਿ ਤੁਸੀਂ ਇਹਨਾਂ ਨੂੰ ਬੁੱਕਲ ਦੇ ਸੱਪਾਂ ਨੂੰ ਪਹਿਲਾਂ ਦੇਖੋ। ਬਾਕੀ ਤਾਂ ਸਾਰਾ ਜੋ ਸਰਕਾਰਾਂ ਨੇ ਕਰਨਾ ਉਹ ਸਰਕਾਰਾਂ ਦੇ ਨਾਲ ਆਪਾਂ ਤਾਂ ਹੀ ਕਰ ਸਕਦੇ ਹਾਂ ਜੇ ਇਹ ਬੁੱਕਲ ਦੇ ਸੱਪਾਂ ਨੂੰ ਪਛਾੜਦਿਆਂ ਹੋਇਆ
ਤੇ ਸਾਰੇ ਅਸੀਂ ਇਕੱਠੇ ਹੋ ਕੇ ਅਸੀਂ ਇਸ ਸਰਕਾਰ ਦੇ ਨਾਲ, ਜ਼ਾਲਮ ਸਰਕਾਰ ਭਾਵੇਂ ਕੋਈ ਵੀ ਜਿਹੜੀ ਸੈਂਟਰ ਸਰਕਾਰ ਤੇ ਬੈਠੀ ਹੈ, ਇਹ ਇਤਿਹਾਸ ਇਸ ਚੀਜ਼ ਦਾ ਗਵਾਹ ਹੈ ਕਿ ਜਿਹੜਾ ਦਿੱਲੀ ਦੇ ਤਖਤ ਤੇ ਬੈਠਾ ਹੈ ਉਹਨੇ ਕਾਲ ਤਖਤ ਨਾਲ ਮੱਥਾ ਜ਼ਰੂਰ ਲਾਇਆ। ਤੇ ਅੱਜ ਵੀ ਉਹੀ ਹਾਲਾਤ ਨੇ, ਅੱਜ ਵੀ ਇਹੀ ਹੋ ਰਿਹਾ ਕਿ ਸਿੱਖਾਂ ਨੂੰ ਆਪਣੇ ਗੁਰਧਾਮਾਂ ਦੇ ਵਿੱਚ ਉਹਨਾਂ ਨਾ ਕੋਈ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਇਜਾਜ਼ਤ ਦਿੱਤੀ ਜਾ ਰਹੀ ਹੈ, ਨਾ ਗੁਰੂ ਘਰਾਂ 'ਚ ਮੱਥਾ ਟੇਕਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਜਦ ਕਿ ਹੋਰ ਅਗਰ ਲੋਕਡਾਊਨ ਹੈ ਤੇ ਉਹ ਸਾਰੇ ਆ ਦੇਖੋ ਲੱਖਾਂ ਬੰਦਾ ਤੇ ਰੋਡ ਤੇ ਫਿਰਦਾ ਹੈ, ਲੱਖਾਂ ਬੰਦਾ ਹੋਰ ਦੁਕਾਨਾਂ ਖੋਲ੍ਹ ਕੇ ਬੈਠੇ ਨੇ। ਤੇ ਇਹ ਜੇ ਗੁਰੂ ਘਰ 'ਚ ਕੋਈ ਆ ਜਾਊਗਾ ਤਾਂ ਇੱਥੇ ਕਿਹੜਾ ਕਰੋਨਾ ਬੈਠਾ, ਇਹ ਤਾਂ ਬਿਮਾਰੀਆਂ ਨੂੰ ਹਟਾਉਣ ਵਾਲਾ ਗੁਰੂ ਘਰ ਹੈ ਤੇ ਇੱਥੇ ਤਾਂ ਸਰਬੱਤ ਦਾ ਭਲਾ ਹੋਣ ਵਾਲਾ ਗੱਲ ਹੈ। ਤੇ ਇਹਨਾਂ 'ਤੇ ਪਾਬੰਦੀ ਕਿਉਂ ਹੈ? ਅਸੀਂ ਇਹ ਸਰਕਾਰ ਨੂੰ ਵੀ ਕਹਿੰਦੇ ਆ ਕਿ ਇਹਨੂੰ ਜਿੰਨਾ ਜਲਦੀ ਤੋਂ ਜਲਦੀ ਹੋ ਸਕੇ ਗੁਰੂ ਘਰਾਂ ਨੂੰ ਵੀ ਆਜ਼ਾਦ ਕਰੋ। ਆਜ਼ਾਦ ਹੀ ਕਹਾਂਗੇ ਅਸੀਂ ਤਾਂ, ਕਿਉਂਕਿ ਤੁਸੀਂ ਗੁਲਾਮੀ ਕਰਕੇ ਰੱਖਿਆ ਹੋਇਆ, ਕਿਉਂਕਿ ਤਾਲੇ ਲਾਏ ਹੋਏ ਆ, ਉਹ ਗੁਲਾਮ ਹੀ ਹੁੰਦਾ ਬੰਦਾ। ਜਿਵੇਂ ਸਾਨੂੰ ਸਿੱਖਾਂ ਨੂੰ ਵੀ ਬੋਲਣ 'ਤੇ ਵੀ ਪਾਬੰਦੀ, ਜੇ ਅਸੀਂ ਕਹਿ ਦਿੰਦੇ ਹਾਂ ਕਿ ਵੀ ਇਹ ਸਾਨੂੰ ਖਾਲਸਾ ਰਾਜ ਚਾਹੀਦਾ ਤਾਂ ਦੇਸ਼ ਧਰੋਹੀ ਹੈ। ਜੇ ਕੋਈ ਰਾਸ਼ਟਰਪਤੀ ਆਪਣਾ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਉਹ ਦੇਸ਼ ਭਗਤ ਹੋ ਜਾਂਦਾ। ਤੇ ਇਸ ਕਰਕੇ ਅਸੀਂ ਸਾਰੇ ਸਿੰਘਾਂ ਨੂੰ, ਇਹ ਸਿੱਖਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਭਰਾਵੋ ਆਓ ਹੰਬਲਾ ਮਾਰੋ, ਇਕੱਠੇ ਹੋਵੋ, ਆਪਣੇ ਦਲ ਵੱਲ ਜਿਹੜੇ ਵੀ ਹੈ ਸਾਰੇ ਉਹਨਾਂ ਨੂੰ ਛੱਡ ਕੇ ਇੱਕ ਝੰਡੇ ਦੇ ਥੱਲੇ ਆ ਜਾਓ, ਜਿਹੜਾ ਆਪਾਂ ਆਪਣਾ ਕੌਮੀ ਨਿਸ਼ਾਨਾ ਖਾਲਿਸਤਾਨ ਬਣਾ ਸਕੀਏ। ਆਪਣਾ ਆਪ ਘਰ ਹੋਊਗਾ ਤੇ ਆਪਾਂ ਆਪ ਆਜ਼ਾਦ ਹੋਵਾਂਗੇ। ਤਾਂ ਜਿਹੜਾ ਸਾਡੇ ਨਾਲ ਜ਼ੁਲਮ ਕਰ ਰਿਹਾ ਹੈ ਇਹ ਉਹ ਜ਼ੁਲਮ ਸਾਡੇ ਤੋਂ ਰੁਕ ਸਕਦਾ ਹੈ। ਤੁਸੀਂ ਦੇਖਿਆ ਹੋਣਾ ਕਿ ਇਹ ਜਿਹੜੇ ਮੋਰਚੇ ਲੱਗੇ ਇੱਥੇ ਆਪਣੇ ਮੁਸਲਮਾਨਾਂ ਦੇ ਨਾਲ, ਉਹਨਾਂ ਦੇ ਅਗਰ 56 ਦੇਸ਼ਾਂ ਨੇ ਜਿਹੜੇ ਮੁਹੰਡਨ ਕੰਟਰੀਆਂ ਨੇ ਉਹਨਾਂ ਨੇ ਦਬਾਅ ਪਾਇਆ ਤੇ ਉਹ ਸਾਰਾ ਉਹਨਾਂ ਦਾ ਮਾਮਲਾ ਹੀ ਭੁੱਲ ਗਏ ਨੇ। ਤੇ ਸਾਡੇ ਕੋਲੇ ਇਸ ਕਰਕੇ ਆਪਣਾ ਘਰ ਹੈ ਨਹੀਂ ਤੇ ਅਸੀਂ ਕਿਸੇ ਤੇ ਦਬਾਅ ਨਹੀਂ ਪਾ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਗੁਰਪਿਆਰਿਓ, ਹਰ ਗੁਰਘਰ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਸਿੰਘਾਂ ਦੇ ਨਾਮ ਤੇ ਅਰਦਾਸ ਕਰਕੇ ਸਿੰਘ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਸ਼੍ਰੀ ਦਰਬਾਰ ਸਾਹਿਬ ਵਿੱਚ ਤਾਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਗੂੰਜੇ, ਕਿਉਂਕਿ ਹਰ ਗੁਰੂ ਦਾ ਸੱਚਾ ਸਿੱਖ ਅੱਜ ਵੀ ਇਹੀ ਚਾਹੁੰਦਾ ਹੈ ਕਿ ਖਾਲਸਾ ਰਾਜ ਦੇ ਝੰਡੇ ਮੁੜ ਬੁਲੰਦ ਹੋਣ, ਖਾਲਸਿਆਂ ਕੋਲ ਆਪਣਾ ਖਾਲਸਾ ਰਾਜ ਹੋਵੇ, ਜਿੱਥੇ ਕਿਸੇ ਧਰਮ, ਕਿਸੇ ਵਰਗ ਨੂੰ ਨਿਸ਼ਾਨਾ ਨਾ ਬਣਾਇਆ ਜਾਂਦਾ ਹੋਵੇ, ਜਿੱਥੇ ਘੱਟ ਗਿਣਤੀਆਂ ਨਾਲ ਧੱਕਾ ਨਾ ਕੀਤਾ ਜਾਂਦਾ ਹੋਵੇ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।